ਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਅਸੀਂ ਜਦੋਂ 6 ਗੁਰੂ ਸਾਹਿਬਾਨ, 15 ਭਗਤ, 11 ਭੱਟ, 3 ਗੁਰਸਿੱਖਾਂ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹਨਾਂ ਸਮੁੱਚੇ ਮਹਾਂਪੁਰਖਾਂ ਦੀ ਬਾਣੀ ਜਿਹੜੀ ਹੈ ਇਹ ਉਹਨਾਂ ਦਾ ਜੀਵਨ ਹੈ ਜੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਕਮਾਇਆ, ਘੱਲ ਨਾ ਘਾਲੀ ਹੈ। ਜੋ ਭਗਤਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ, ਜੋ ਭੱਟਾਂ ਨੇ, ਜੋ ਗੁਰਸਿੱਖਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਈ ਕੀਤੀ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਾਂ ਉਹਨਾਂ ਮਹਾਂਪੁਰਖਾਂ ਨੇ ਉਹ ਬਾਣੀ ਦੇ ਵਿੱਚ ਦਰਜ ਕੀਤਾ ਹੈ। ਆਮ ਇਨਸਾਨ ਕੋਈ ਤੁਕਬੰਦੀ ਕਰੇ, ਕੋਈ ਕਵਿਤਾ, ਕੋਈ ਗੀਤ ਸੰਗੀਤ ਲਿਖਦਾ ਹੈ, ਉਹਦੇ ਵਿੱਚ ਉਹਦਾ ਜੀਵਨ ਨਹੀਂ ਹੋ ਸਕਦਾ। ਪਰ ਇਹਨਾਂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਜੋ ਘਟਿਆ, ਜੋ ਵਾਪਰਿਆ, ਉਹਨਾਂ ਨੇ ਉਹ ਬਾਣੀ ਰੂਪ ਦੇ ਵਿੱਚ ਦਰਜ ਕਰ ਦਿੱਤਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ ਤਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬੜੀ ਲੰਮੀ ਸਤਿਗੁਰੂ ਮਹਾਰਾਜ ਜੀ ਦੀ ਘਾਲਣਾ ਹੈ ਅਤੇ ਉਸ ਘਾਲਣਾ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੋ ਕੇ ਆਪਣਾ ਜੀਵਨ ਸਫਲਾ ਕੀਤਾ। ਅੱਜ ਉਹੀ ਗੁਰੂਦੇਵ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਪਰ ਗਾਗਰ ਰੱਖ ਕੇ ਤੇ 12 ਸਾਲ ਗਾਗਰ ਢੋਈ ਹੈ ਤੇ ਸਤਿਗੁਰੂ ਮਹਾਰਾਜ ਨੇ ਪਹਿਲੋਂ ਸੇਵਾ ਨੂੰ ਕਮਾਇਆ, ਪਹਿਲੋਂ ਸਿਮਰਨ ਨੂੰ ਕਮਾਇਆ ਤੇ ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜਾ ਕਮਾਏਗਾ ਉਹਦਾ ਜੀਵਨ ਸਫਲਾ ਹੋ ਜਾਏਗਾ। ਜੋ ਬਖਸ਼ਿਸ਼ਾਂ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਨੇ 12 ਸਾਲ ਦੀ ਘਾਲਣਾ ਤੋਂ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਨੂੰ ਬਖਸ਼ੀਆਂ ਸੀ, 12 ਸਾਲ ਦੀ ਸੇਵਾ ਤੋਂ ਬਾਅਦ ਵਿੱਚ ਜੋ 12 ਬਖਸ਼ਿਸ਼ਾਂ ਕੀਤੀਆਂ, ਅੱਜ ਵੀ ਉਹ ਬਖਸ਼ਿਸ਼ਾਂ ਮਿਲਦੀਆਂ ਨੇ ਤੇ ਮਿਲਦੀਆਂ ਉਹਨੂੰ ਨੇ ਜਿਹੜਾ ਸੇਵਾ ਕਰਦਾ ਪਿਆ ਹੈ। ਸੇਵਾ ਇੰਟਰਟੇਨਮੈਂਟ ਨਾ ਹੋ ਜੇ ਕਿਤੇ, ਸੇਵਾ ਕਿਤੇ ਇਕੱਲਾ ਮਨੋਰੰਜਨ ਦਾ ਸਾਧਨ ਨਾ ਹੋ ਜੇ, ਸੇਵਾ ਇਕੱਲੀ ਸਰੀਰਕ ਕਿਰਿਆ ਨਾ ਹੋ ਜੇ, ਕਿਤੇ ਫਿਜ਼ੀਕਲ ਵਰਕ ਨਾ ਹੋ ਜਾਏ। ਇਸ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸੇਵਾ ਇਕੱਲੀ ਪ੍ਰਵਾਨ ਨਹੀਂ, ਸੇਵਾ ਦੇ ਨਾਲ ਸਿਮਰਨ ਪ੍ਰਵਾਨ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਨ ਬਾਣੀ ਨੂੰ ਵਿਚਾਰੀਏ। ਆਪ ਸੰਗਤ ਅਸੀਸ ਬਖਸ਼ੋ, ਮਨ ਬਿਰਤੀਆਂ ਕਰੋ ਇਕਾਗਰਤਾ ਕਿ ਬਾਣੀ ਨੂੰ ਤੁਸ਼ ਬੁੱਧੀ ਅਨੁਸਾਰ ਵਿਚਾਰ ਸਕੀਏ। ਕਰੋ ਕਿਰਪਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਇਨਸਾਨ ਧਰਮ ਸਥਾਨਾਂ 'ਤੇ ਇਸ ਕਰਕੇ ਜਾਂਦਾ ਹੈ ਕਿ ਕਿਰਪਾ ਕਿਤੇ ਰੱਬ ਦੀ ਹੋ ਜਾਵੇ ਤੇ ਮੇਰੀ ਗਰੀਬੀ ਨਿਕਲ ਜਾਵੇ। ਅਰਦਾਸਾਂ ਕਰਦਾ ਹੈ ਕਿ ਮੇਰੀ ਕੰਗਾਲਤਾ ਦੂਰ ਹੋ ਜਾਵੇ, ਧਨ ਜ਼ਿੰਦਗੀ ਦੇ ਵਿੱਚ ਮਿਲ ਜੇ, ਤੇ ਜੇ ਧਨ ਮਿਲ ਜੇਗਾ ਤੇ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਗੇ, ਸੁੱਖ ਆ ਜਾਣਗੇ। ਜੇ ਕਿਸੇ ਦੇਸ਼ ਦੇ, ਇਹ ਤਾਂ ਧਰਮ ਦੀ ਦੁਨੀਆ, ਤੇ ਜੇ ਰਾਜਨੀਤਿਕ ਦੁਨੀਆ ਨੂੰ ਦੇਖੋ, ਇਸ ਰਾਜਨੀਤਿਕ ਦੁਨੀਆ ਦੇ ਵਿੱਚ ਵੀ ਵੱਡੇ ਤੋਂ ਵੱਡਾ ਆਗੂ ਵੀ ਇਹ ਗੱਲ ਕਹਿੰਦਾ ਹੈ ਕਿ ਅਸੀਂ ਦੇਸ਼ ਦੀ ਗਰੀਬੀ ਮਿਟਾ ਦਾਂਗੇ। ਭਾਵ ਕਿ ਗਰੀਬੀ ਇੱਕ ਦੁੱਖ ਆ। ਜੋ ਇਨਸਾਨ ਬਾਹਰੋਂ ਗਰੀਬ ਹੈ ਉਹਨੂੰ ਰੱਬ ਚੇਤੇ ਨਹੀਂ ਆਉਂਦਾ, ਔਰ ਕਦੀ ਕਦਾਈ ਵਾਹਿਗੁਰੂ ਇਸ ਤਰ੍ਹਾਂ ਦੀ ਕਿਰਪਾ ਹੁੰਦੀ ਹੈ ਕਿ ਕਿਸੇ ਗਰੀਬ ਦੇ ਉੱਪਰ
ਮਾਲਕ ਦੀ ਕਿਰਪਾ ਹੋ ਜੇ ਕਿਸੇ ਭਗਤ ਰਵਿਦਾਸ ਵਰਗੇ ਜੋੜੇ ਗੰਢਣ ਵਾਲਿਆਂ ਉੱਤੇ, ਕਿਸੇ ਸੈਨ ਨਾਈ ਦੇ ਉੱਪਰ, ਕਿਸੇ ਭਗਤ ਕਬੀਰ ਵਰਗਿਆਂ ਤੇ, ਕਿਤੇ ਨਾਮਦੇਵ ਵਰਗਿਆਂ ਤੇ। ਉਹ ਗਰੀਬੀ ਦੇ ਵਿੱਚ ਨਾਮ ਨੂੰ ਜਪਿਆ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇੱਕ ਰਾਜੇ ਜਿਨ੍ਹਾਂ ਦਾ ਹੁਕਮ ਦੁਨੀਆ ਦੇ ਵਿੱਚ ਚੱਲਦਾ ਹੈ, ਤੇ ਇੱਕ ਰਾਜੇ ਉਹ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਜਿਨ੍ਹਾਂ ਦਾ ਹੁਕਮ ਦੁਨੀਆ ਤੋਂ ਬਾਹਰ ਜਿਹੜੀ ਦੁਨੀਆ ਹੈ ਉੱਥੇ ਵੀ ਚੱਲਦਾ ਹੈ। ਦੁਨੀਆ ਦੇ ਵਿੱਚ ਤਾਂ ਚੱਲਦਾ ਹੈ, ਦੁਨੀਆ ਤੋਂ ਬਾਹਰ ਵੀ ਚੱਲਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਹਾ ਕਿ ਭਗਤ ਦੇ ਬਰਾਬਰ, ਨਾਮ ਜਪਣ ਵਾਲੇ ਦੇ ਬਰਾਬਰ ਕੋਈ ਰਾਜਾ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਪਏ ਨੇ ਕਿ ਜੇਕਰ ਇਨਸਾਨ ਚਾਹੁੰਦਾ ਹੈ ਕਿ ਮੈਂ ਮਨ ਕਰਕੇ ਅਮੀਰ ਹੋ ਜਾਵਾਂ, ਭਗਤ ਸੈਨ ਜੀ ਜੇ ਬਾਹਰੀ ਤੌਰ 'ਤੇ ਦੇਖਿਆ ਜਾਵੇ ਤਾਂ ਉਹ ਤਾਂ ਰਾਜੇ ਦੀ ਸੇਵਾ ਕਰਨ ਵਾਸਤੇ ਜਾਂਦੇ ਨੇ, ਰਾਜੇ ਦੀ ਮਾਲਿਸ਼ ਕਰਦੇ ਨੇ, ਉਹ ਬਿਮਾਰ ਹੈ ਉਹਦਾ ਰੋਗ ਠੀਕ ਹੋ ਜੇ। ਪਰ ਦੂਸਰੇ ਪਾਸੇ ਜਿਸ ਦਿਨ ਭਗਤ ਸੈਨ ਨਹੀਂ ਪਹੁੰਚਦੇ, ਸਤ ਸੰਗਤ ਦੇ ਵਿੱਚ ਮਨ ਜੁੜ ਜਾਂਦਾ ਹੈ, ਉਸ ਦਿਨ ਪਰਮਾਤਮਾ ਆਪ ਭਗਤ ਸੈਨ ਜੀ ਦਾ ਰੂਪ ਧਾਰਨ ਕਰਕੇ ਤੇ ਰਾਜੇ ਦੀ ਸੇਵਾ ਕਰਨ ਵਾਸਤੇ ਚਲੇ ਜਾਂਦੇ। ਇਹਦਾ ਮਤਲਬ ਰਾਜੇ ਤੋਂ ਵੱਡਾ ਰਾਜਾ ਹੈ ਭਗਤ ਸੈਨ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ 52 ਕਵੀ ਹਰ ਵੇਲੇ ਰਿਹਾ ਕਰਦੇ ਸੀ। 52 ਕਵੀ ਜਿਨ੍ਹਾਂ ਨੇ ਹਰ ਵੇਲੇ ਰਹਿਣਾ। ਸਤਿਗੁਰੂ ਮਹਾਰਾਜ ਨੇ ਸਭ ਨੂੰ ਇੱਕ ਵਿਸ਼ਾ ਦੇ ਦੇਣਾ, ਇੱਕ ਸਬਜੈਕਟ ਦੇ ਦੇਣਾ ਕਿ ਇਸ ਵਿਸ਼ੇ ਦੇ ਉੱਪਰ ਅੱਜ ਤੁਸੀਂ ਕਵਿਤਾ ਉਚਾਰਨ ਕਰਨੀ। ਸਾਰਿਆਂ ਨੇ ਕਵਿਤਾ ਉਚਾਰਨ ਕਰਨੀ, ਜਿਸ ਦੀ ਜ਼ਿਆਦਾ ਹੀ ਵਧੀਆ ਕਵਿਤਾ ਜਿਸ ਨੇ ਲਿਖਣੀ, ਸਤਿਗੁਰੂ ਮਹਾਰਾਜ ਨੂੰ ਸਪੈਸ਼ਲ ਇਨਾਮ ਵੀ ਦੇਣਾ, ਕਿਰਪਾ ਸਾਰਿਆਂ ਦੇ ਉੱਪਰ ਕਰਨੀ। ਪਰ ਜਿਹਨੇ ਬਹੁਤ ਸੋਹਣਾ ਲਿਖਣਾ, ਸਤਿਗੁਰੂ ਮਹਾਰਾਜ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕਰਦੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ 52 ਕਵੀ ਤਾਂ ਹਰ ਵੇਲੇ ਹਰ ਸਮੇਂ ਰਹਿੰਦੇ ਨੇ, ਪਰ ਕੁਝ ਕਵੀ ਐਸੇ ਵੀ ਸੀ ਜਿਹੜੇ ਕਦੀ ਕਦਾਈ ਆਉਂਦੇ ਰਹਿੰਦੇ ਸੀ, ਆਉਂਦੇ ਰਹਿੰਦੇ, ਕਿਸੇ ਨੇ ਆ ਜਾਣਾ, ਕਿਸੇ ਨੇ ਚਲੇ ਜਾਣਾ। ਇਹਨਾਂ ਕਵੀਆਂ ਦੇ ਵਿੱਚੋਂ ਇੱਕ ਕਵੀ ਸੀ ਜਿਹਨੇ ਆਪਣਾ ਤਖੱਲਸ ਹੀਰ ਰੱਖਿਆ ਸੀ। ਹੀਰ ਇੱਕ ਦਿਨ ਉਹ ਵੀ ਕਵੀ ਜਿਹੜਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਇਆ ਹੈ, ਗਰੀਬ ਜਿਹਾ, ਕੱਪੜੇ ਉਹਦੇ ਪਾਟੇ ਜੇ ਕੱਪੜੇ, ਮੈਲੇ ਜੇ ਕੱਪੜੇ ਪਾਏ। ਔਰ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਕਿ ਕਿਸੇ ਦੇ ਕੱਪੜਿਆਂ ਵੱਲੇ ਦੇਖ ਕੇ ਧਰਮ ਦਾ ਅੰਦਾਜ਼ਾ ਨਾ ਲਾਇਓ। ਤੁਸੀਂ ਕਿਤੇ ਹਰਿਮੰਦਰ ਸਾਹਿਬ ਜਾਓ, ਉੱਥੇ ਜੋੜਿਆਂ ਦੀ, ਉੱਥੇ ਪਰਿਕਰਮਾ ਦੀ, ਉੱਥੇ ਬਰਤਨਾਂ ਦੀ ਸੇਵਾ ਕਰਦਿਆਂ ਕਿਸੇ ਨੂੰ ਦੇਖ ਕੇ ਕਿ ਦੇਖੋ ਆ ਕਿੰਨੀ ਜੂਠ ਇਹਦੇ ਉੱਤੇ ਤਨ ਦੇ ਪਈ, ਪਾਟੇ ਕੱਪੜੇ ਪਾ ਕੇ ਖਲੋਤਾ ਹੈ, ਮਤ ਅੰਦਾਜ਼ਾ ਲਾਇਓ ਕਿ ਇਹ ਬੜਾ ਮਾੜਾ ਗਰੀਬ ਹੋਏਗਾ। ਪਤਾ ਨਹੀਂ ਉੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਕਿੰਨਾ ਕਿੰਨਾ 'ਤੇ ਵਰਤਦੀ ਪਈ। ਮੈਂ ਆਰੰਭਤਾ ਦੇ ਵਿੱਚ ਇਸ ਕਰਕੇ ਕਿਹਾ ਸੀ ਕਿ ਸੇਵਾ ਇਕੱਲੀ ਫਿਜ਼ੀਕਲ ਵਰਕ ਨਹੀਂ ਹੋਣਾ ਚਾਹੀਦਾ। ਸੇਵਾ ਅਸਲ ਦੇ ਵਿੱਚ ਨਾ ਜ਼ਿੰਦਗੀ ਦੀ ਘਾਟ ਕੱਢਦੀ ਹੈ। ਸੰਤੋਖ ਕੀਤੀ ਸੇਵ ਕੀਤੀ ਸੰਤੋਖੇ, ਜਿਹਨੇ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਚਲੇ ਸਵਾਇਆ, ਵਡਿਆਈ ਵੱਡਾ ਪਾਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸੇਵਾ ਦੇ ਵਿੱਚੋਂ ਜੀਵਨ, ਸਿੱਖੀ ਦਾ ਜੀਵਨ ਨਿਕਲਦਾ ਹੈ। ਉੱਥੇ ਇੱਕ ਸਹਿਜਧਾਰੀ ਸੇਵਾ ਕਰਿਆ ਕਰਦਾ ਸੀ ਹਰਿਮੰਦਰ ਸਾਹਿਬ, ਬਰਤਨਾਂ ਦੀ ਸੇਵਾ। ਔਰ ਬਰਤਨਾਂ ਦੀ ਸੇਵਾ ਕਰ ਕਰਕੇ ਹੱਥ ਅੰਦਰ ਨੂੰ ਧੱਸ ਗਏ ਸੀ, ਹੱਥਾਂ 'ਚੋਂ ਖੂਨ ਨਿਕਲਣ ਲੱਗ ਪੈਂਦਾ ਸੀ। ਹੱਥਾਂ ਦੇ ਉੱਤੇ ਪੱਟੀਆਂ ਬੰਨ੍ਹ ਲੈਣੀਆਂ, ਫਿਰ ਵੀ ਸੇਵਾ ਕਰੀ ਜਾਣੀ। ਕਿਸੇ ਨੇ ਕਿਹਾ ਸੀ, ਕਹਿਣ ਲੱਗੇ ਭਾਈ ਸਾਹਿਬ ਆਹ ਖੂਨ ਨਿਕਲਦਾ ਤੁਸੀਂ ਛੱਡੋ। ਕਹਿਣ ਲੱਗੇ ਜੀਵਨ ਤਾਂ ਹੋਰ ਮਿਲ ਜਾਣਾ, ਗੁਰੂ ਰਾਮਦਾਸ ਦੇ ਜੂਠੇ ਬਰਤਨ ਨਹੀਂ ਮਿਲ ਸਕਦੇ ਕਿਤੇ। ਸੁੱਖ ਮਿਲ ਸਕਦਾ ਹੈ ਜ਼ਿੰਦਗੀ 'ਚ ਬਹੁਤ ਸਾਰਾ, ਪਰ ਸੇਵਾ ਕਰਮਾਂ ਦੇ ਨਾਲ ਲੱਭਦੀ ਹੈ। ਅਤੇ ਜੇ ਸੇਵਾ ਕਰਦਿਆਂ ਮੂੰਹ ਦੇ ਨਾਲ ਸਿਮਰਨ ਕੀਤਾ ਜਾਵੇ ਤਾਂ ਉਹ ਸੇਵਾ ਸਫਲ ਹੋ ਜਾਂਦੀ ਹੈ। ਅਤੇ ਜੇ ਸੇਵਾ ਕਰਦਿਆਂ ਇੱਧਰ ਉੱਧਰ ਦੀਆਂ ਨਾਲ ਚਾਰ ਜੋੜੇ ਝਾੜ ਲਏ, ਚਾਰ ਭਾਂਡੇ ਮਾਂਜ ਲਏ ਅਤੇ ਚਾਰ ਬੰਦਿਆਂ ਦੀ ਨਿੰਦਿਆ ਚੁਗਲੀ ਕਰ ਲਈ, ਉਹ ਸੇਵਾ ਥੋੜ੍ਹੀ ਰਹਿ ਗਈ। ਉਹ ਕੇਵਲ ਇੱਕ ਮਨੋਰੰਜਨ ਦਾ ਸਾਧਨ ਹੋ ਗਿਆ ਕਿ ਚਲੋ ਬੈਠਦੇ ਉੱਥੇ ਜਾ ਕੇ ਨਾਲੇ ਗੱਲਾਂ ਕਰ ਲਾਂਗੇ ਨਾਲੇ ਸੇਵਾ ਕਰ ਲਾਂਗੇ। ਇਹ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕੋਈ ਦਲਿੱਦਰੀ ਹੋਵੇ, ਕੋਈ ਮਾੜਾ ਹੋਵੇ, ਨਿਤਾਣਾ ਹੋਵੇ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੇ ਬਿਨਾਂ ਗੁਰੂ ਨੂੰ ਜਪ ਕੇ ਜੀਵਨ ਗੁਜ਼ਾਰਦਾ ਪਿਆ ਹੈ
ਤੇ ਇਹਦਾ ਮਤਲਬ ਕਿ ਬੜੇ ਵੱਡੇ ਦੁੱਖ ਦੇ ਵਿੱਚ ਤੂੰ ਪੈਣ ਵਾਲਾ ਹੈ। ਬਿਨਾਂ ਸਿਮਰਨ ਤੋਂ, ਬਿਨਾਂ ਗੁਰੂ ਨੂੰ ਚੇਤੇ ਕਰਨ ਤੋਂ, ਬਿਨਾਂ ਗੁਰੂ ਦੀ ਯਾਦ ਹਿਰਦੇ ਵਿੱਚ ਵਸਾਉਣ ਤੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਬੜਾ ਵੱਡਾ ਦੁੱਖ ਹੈ ਜੀ। ਅੱਗੇ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ ਤੇ ਕਵੀ ਹੀਰ ਉਹਦਾ ਨਾਂ, ਤਖੱਲੁਸ ਜਿੱਦਾਂ ਲਾਉਂਦੇ ਉਹਨਾਂ ਦੀ ਤਖੱਲੁਸ ਲੱਗਦੇ ਸੀ। ਗਿਆਨੀ ਸੰਤ ਸਿੰਘ ਜੀ ਮਸਕੀਨ ਤਖੱਲੁਸ ਲਾਉਂਦੇ ਸੀ, ਗਿਆਨੀ ਰਣਜੀਤ ਸਿੰਘ ਗੌਹਰ ਲਾਉਂਦੇ ਨੇ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਲਾਉਂਦੇ ਨੇ, ਕੋਈ ਖਾਲਸਾ ਲਾਉਂਦਾ ਹੈ, ਕੋਈ ਦਰਤੀ ਲਾਉਂਦਾ ਹੈ। ਇਸ ਤਰ੍ਹਾਂ ਤਖੱਲੁਸ ਵਿਦਵਾਨ ਜਿਹੜੇ ਹੁੰਦੇ ਸੀ ਪੁਰਾਣੇ, ਉਹਨਾਂ ਨੇ ਖਾਸ ਕਰਕੇ ਜਿਹੜੇ ਕਵੀ ਹੋਣੇ ਉਹਨਾਂ ਨੇ ਆਪਣੇ ਨਾਂ ਦੇ ਨਾਲ ਕੋਈ ਨਾ ਕੋਈ ਤਖੱਲੁਸ ਜ਼ਰੂਰ ਲਾ ਲੈਣਾ। ਜਿਵੇਂ ਗਿਆਨੀ ਮਾਨ ਸਿੰਘ ਜੀ ਹੁੰਦੇ ਸੀ, ਉਹਨਾਂ ਨੇ ਝੌਰ ਲਾਇਆ ਹੁੰਦਾ ਸੀ, ਕੋਈ ਨਾ ਕੋਈ ਤਖੱਲੁਸ ਲਾ ਕੇ ਰੱਖਣਾ, ਉਹ ਉਹਨਾਂ ਦਾ ਤਖੱਲੁਸ ਹੀ ਪਹਿਚਾਣ ਬਣ ਜਾਣੀ। ਗਿਆਨੀ ਡਾਕਟਰ ਦਾਨ ਸਿੰਘ ਕੋਮਲ ਬੜੇ ਵਧੀਆ ਵਿਦਵਾਨ ਸੀ, ਸਿੱਖ ਧਰਮ ਦੇ ਬੜੇ ਵਧੀਆ ਕਵੀ ਸਨ। ਕਵੀ ਹੀਰ ਜਦੋਂ ਵਾਰੀ ਆਈ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਾਹਮਣੇ ਨਾ ਕਵਿਤਾ ਬੋਲਣ ਲੱਗਾ। ਅੱਜ ਤਾਂ ਚਲੋ ਇੱਕ ਮੰਚ 'ਤੇ ਬੈਠੇ ਹੁੰਦੇ ਨੇ, ਮਾਈਕ ਅੱਗੇ ਰੱਖਿਆ ਹੁੰਦਾ ਤੇ ਬੈਠ ਕੇ ਕਵਿਤਾ ਬੋਲ ਦਿੰਦੇ ਨੇ। ਪਹਿਲੋਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ। ਪਹਿਲੋਂ ਖੜੇ ਹੋ ਕੇ ਬੜੇ ਕਵੀਆਂ ਨੇ ਹਾਵ ਭਾਵ ਦਿਖਾਉਣੇ, ਬੜੇ ਉਹਨਾਂ ਨੇ ਆਪਣੇ ਆਪ ਨੂੰ ਦਿਖਾ ਕੇ ਤੇ ਫਿਰ ਨਾਲ ਨਾਲ ਕਵਿਤਾ ਬੋਲਣੀ, ਨਾਲ ਨਾਲ ਹਾਵ ਭਾਵ ਪ੍ਰਗਟ ਕਰੀ ਜਾਣੇ। ਜਦੋਂ ਕਵੀ ਹੀਰ ਦੀ ਵਾਰੀ ਆਈ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਖੜਾ ਹੋਇਆ। ਹੁਣ ਜਿਵੇਂ ਭਲਵਾਨ ਆ ਕੇ ਖੜੇ ਹੁੰਦੇ ਨੇ ਉਵੇਂ ਖੜਾ ਹੋ ਗਿਆ, ਬਾਹਾਂ ਨੂੰ ਹੱਥ ਮਾਰਿਆ, ਦੋਨਾਂ ਨੂੰ ਪੱਟਾਂ 'ਤੇ ਹੱਥ ਮਾਰਿਆ। ਸਤਿਗੁਰੂ ਮਹਾਰਾਜ ਵੇਖ ਕੇ ਹੱਸ ਪਏ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਹੀਰ ਕਵਿਤਾ ਸੁਣਾਉਣ ਵਾਸਤੇ ਆਇਆ ਕਿ ਲੜਨ ਵਾਸਤੇ ਆਇਆ? ਕਹਿੰਦਾ ਸਤਿਗੁਰੂ ਮਹਾਰਾਜ ਮੈਂ ਅੱਜ ਲੜਨ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿਹਦੇ ਨਾਲ ਲੜਨਾ ਹੈ? ਕਹਿਣ ਲੱਗਾ ਸਤਿਗੁਰੂ ਮਹਾਰਾਜ ਮੈਂ ਗਰੀਬ, ਮੇਰੇ ਮਾਤਾ ਪਿਤਾ ਵੀ ਗਰੀਬ ਸੀ, ਮੇਰੇ ਦਾਦੇ ਪੜਦਾਦੇ ਹੋਣੀ ਵੀ ਗਰੀਬ ਸੀ, ਅਸੀਂ ਗਰੀਬਾਂ ਦਾ ਖਾਨਦਾਨ। ਸਾਡੇ ਘਰ ਦੇ ਵਿੱਚ ਹਮੇਸ਼ਾ ਦਲਿੱਦਰ ਰਿਹਾ, ਸਾਡੇ ਘਰ ਦੇ ਵਿੱਚ ਹਮੇਸ਼ਾ ਕੰਗਾਲਤਾ ਰਹੀ, ਸਾਡੇ ਘਰ ਦੇ ਵਿੱਚ ਹਮੇਸ਼ਾ ਗਰੀਬੀ ਰਹੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਅੱਜ ਕਿਹਦੇ ਨਾਲ ਲੜਨਾ? ਕਹਿੰਦਾ ਅੱਜ ਮੈਂ ਦਲਿੱਦਰ ਦੇ ਨਾਲ ਲੜਨ ਵਾਸਤੇ ਆਇਆ। ਉਹਨੇ ਕਵਿਤਾ ਲਿਖੀ, ਕਹਿਣ ਲੱਗਾ ਦਾਰਦ ਕਪੂਤ ਆਜ ਮਰਨ ਬਣਿਓ ਹੈ ਤੇਰੋ। ਕਹਿੰਦੇ ਦਰਿੱਦਰ ਆ ਅੱਜ ਸਾਹਮਣੇ ਮੇਰੇ, ਮੈਂ ਅੱਜ ਤੇਰੇ ਨਾਲ ਘੋਲ ਕਰਨਾ ਹੀ। ਤੇ ਕਹਿੰਦੇ ਅੱਜ ਮੈਂ ਤੈਨੂੰ ਛੱਡਣਾ ਨਹੀਂ, ਅੱਜ ਮੈਂ ਤੈਨੂੰ ਮਾਰ ਕੇ ਹਟਣਾ ਵਾ। ਦਾਰਦ ਕਪੂਤ ਆਜ ਮਰਨ ਬਣਿਓ ਹੈ ਤੇਰੋ, ਕਰਤ ਸਲਾਮ ਵਿਦਾ ਹੋ ਜੋ ਕਵ ਹੀਰ ਸੇ। ਕਹਿੰਦੇ ਜੇ ਤਾਂ ਬਚਣਾ ਚਾਹੁੰਦਾ ਹੈ ਨਾ ਤੇ ਕਹਿੰਦਾ ਮੈਨੂੰ ਸਲਾਮ ਕਰਕੇ ਭੱਜ ਜਾ ਇੱਥੋਂ। ਕਰਤ ਸਲਾਮ, ਸਲਾਮ ਕਰਕੇ ਵਿਦਾ ਹੋ ਜੋ ਕਵ ਹੀਰ ਸੇ, ਕਵੀ ਹੀਰ ਤੋਂ ਵਿਦਿਆ ਲੈ ਲਾ, ਅੱਜ ਛੱਡ ਕੇ ਚਲੇ ਜਾ ਮੈਨੂੰ। ਤੇ ਕਹਿੰਦਾ ਜੇ ਨਾ ਛੱਡ ਕੇ ਜਾਵੇਂ, ਕਹਿੰਦੇ ਨਹੀਂ ਤੋ ਗੋਬਿੰਦ ਸਿੰਘ ਬਿਕਲ ਕਰੋਗੇ ਤੇਰੋ। ਕਹਿੰਦੇ ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਅੱਜ ਮੈਂ ਸਾਹਮਣੇ ਖੜਾ ਹੈ ਤੇ ਕਹਿੰਦੇ ਨੇ ਟੂਕ ਟੂਕ ਕਰੇ ਗਾਡੀ ਦਾਨਨ ਕੇ ਤੀਰ ਸਕੋ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਦਾਨ ਦਾ ਤੀਰ ਮਾਰਨਾ ਹੈ, ਲੋਹੇ ਦਾ ਨਹੀਂ, ਕੋਈ ਸੋਨੇ ਦਾ ਨਹੀਂ, ਕੋਈ ਕਿਸੇ ਕਿਸਮ ਦਾ ਨਹੀਂ। ਕਹਿੰਦੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਸਾਹਮਣੇ ਖਲੋਤੇ ਨੇ ਤੇ ਦਰਿੱਦਰ ਮੈਂ ਤੈਨੂੰ ਲਲਕਾਰ ਕੇ ਕਹਿੰਦਾ ਪਿਆ ਵਾਂ ਕਿ ਅੱਜ ਜਾਂ ਤਾਂ ਤੂੰ ਮੈਨੂੰ ਛੱਡ ਕੇ ਚਲੇ ਜਾ, ਅੱਜ ਜਾਂ ਤੈਨੂੰ ਮੈਂ ਖਤਮ ਕਰ ਦੇਣਾ। ਕਿਉਂ ਖਤਮ ਕਰ ਦੇਣਾ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਨੀਆਂ ਦੇ ਮਹਾਦਾਨੀ ਸਾਹਮਣੇ ਬੈਠੇ ਨੇ। ਇੱਕ ਦਾਨ ਦਾ ਤੀਰ ਮਾਰਨਾ ਤੇ ਦਲਿੱਦਰ ਗਰੀਬੀ ਤੋਂ ਮੁੱਕ ਜਾਣਾ ਹੈ, ਖਤਮ ਹੋ ਜਾਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਦਾਨ ਦਾ ਤੀਰ ਮਾਰਨਗੇ, ਇੱਕ ਬਖਸ਼ਿਸ਼ ਕਰ ਦੇਣਗੇ। ਤਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਆਪਣੇ ਸਮੇਂ 'ਚ ਕੋਈ ਵੀ ਕਵੀ ਆਉਣਾ, ਕੋਈ ਵਿਦਵਾਨ ਆਉਣਾ, ਸਤਿਗੁਰੂ ਮਹਾਰਾਜ ਨੇ ਪਾਤਸ਼ਾਹ ਨੇ ਉਹਨੂੰ ਤੋਲ ਕੇ ਰੱਖ ਦੇਣਾ, ਸੋਨੇ ਦੇ ਨਾਲ, ਮੋਹਰਾਂ ਦੇ ਨਾਲ, ਕਿਸੇ ਨੂੰ ਹਾਥੀ ਦੇ ਕੇ ਨਿਵਾਜ ਦੇਣਾ, ਕਿਸੇ ਨੂੰ ਘੋੜੇ ਦੇ ਕੇ ਨਿਵਾਜ ਦੇਣਾ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ, ਇਤਿਹਾਸ ਰਿਪੀਟ ਕਰਦਾ ਹੈ ਆਪਣੇ ਆਪ ਨੂੰ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਜਦੋਂ ਗੁਰੂ ਨਹੀਂ ਸੀ ਨਾ ਬਣੇ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਯਾਤਰਾ 'ਤੇ ਕਰਦੇ ਸੀ ਤੇ ਅਖੀਰਲੀ ਯਾਤਰਾ ਦੇ ਸਮੇਂ ਇੱਕ ਘਰ ਦੇ ਵਿੱਚ ਵਿਸ਼ਰਾਮ ਕੀਤਾ ਸੀ। ਉਹਦਾ ਨਾਂ ਸੀ ਪੰਡਤ ਦੁਰਗਾ ਦਾਸ। ਪੰਡਤ ਦੁਰਗਾ ਦਾਸ ਜਿਹੜਾ ਸੀ ਉਹ ਵਿਦਵਾਨ ਸੀ, ਜੋਤਿਸ਼ ਦਾ ਉਹਨੂੰ ਗਿਆਨ ਸੀ। ਉਹਨੇ ਸੁੱਤੇ ਪਿਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਪਦਮ ਦੇਖ ਕੇ ਕਿਹਾ ਸੀ, ਕਹਿਣ ਲੱਗਾ ਕਿ ਬਾਬਾ ਤੂੰ ਬੜਾ ਅਮੀਰ ਬਣਨਾ, ਤੂੰ ਜਾਂ ਤਾਂ ਚੱਕਰਵਰਤੀ ਰਾਜਾ ਬਣੇਗਾ ਜਾਂ ਬੜੀ ਉੱਚੀ ਪਦਵੀ 'ਤੇ ਜਾਏਗਾ। ਗੁਰੂ ਅਮਰਦਾਸ ਮਹਾਰਾਜ, ਬਾਬਾ ਅਮਰਦਾਸ ਜੀ ਉਦੋਂ ਗੁਰੂ ਨਹੀਂ ਅਜੇ ਬਣੇ, ਚਲੋ
उन्होंने कहा चलो चंगी गल, तू मेरी सिफत की, मैनू चंगा लग्या गल सुन के कि मैं वड्डा बनागा, अमीर बनागा, पर मैं दस तेरी सेवा की करा। दुर्गादास नूं अपनी विद्या ते यकीन सी, वो कहंदा नहीं अज नहीं, समा बनेगा तो मैं तुहाडे तो आप मंग के लवांगा, तुसीं वादा कर लो कि जिद्दन समा आया मैं मंगा उदन ना नहीं करोगे। जिद्दन गुरु अमरदास महाराज गुरु पदवी ते बैठण तो बाद विच फिर यात्रा करन वास्ते गए सी सतगुरु महाराज पातशाह। सतगुरु महाराज पातशाह ने फिर जिहड़ियां सी तीर्थ यात्रा की, पर उदों तीर्थ यात्रा ते पहलियां च फर्क सी। पहलियां च आप लभण वास्ते जाते सी कि मेरे मन की शांति लभ जे, मैनू अंदर का चैन लभ जे, अंदर की ठंड लभ जे, टिकाना मिल जे। पर हुण जिहड़े उत्थे भटकदे पए ने उन्हां दी भटकना दूर करने वास्ते जा रहे हैं। सतगुरु महाराज पातशाह फिर उत्थे फिर दुर्गादास मिलिया। उन्हें कहा सतगुरु महाराज पातशाह जी पूछया, कहते कौन? कहते ये तो तीसरे गुरु नानक ने, गुरु अमरदास महाराज ने। पछाण लिया, कहते ये तो उही सी जो मैं यात्रा ते मिलिया सी, वादा भी इन्होंने कीता सी। कोल गया, नमस्कार सतगुरु महाराज जी के चरणों च कीती। सतगुरु महाराज पातशाह जी के चरणों च नमस्कार करके सतगुरु महाराज ने क्या कहन लगा, जी मैं दुर्गादास, तुसीं वादा कीता सी मेरे नाल ते अज तुसीं गुरु पदवी ते हो, ते अज तुसीं मैनूं वो वादे का मैं तुहाडे तो मुल मंगना चाहुंदा है, वो वादा पूरा कराउणा चाहुंदा है। गुरु अमरदास महाराज कहंदे जो भी एक चीज़ मंगनी तू मंग ला, जे वादा कीता सी। हुण मन दे विच सोचदा है कि जे तां मैं धर्म मंग लिया तो इत्थे यही पाटे हाल ते गरीबी रह जानी है, तो जे मैं इत्थे धन मंग लिया तो अगे गरीब हो जाऊँगा, अगे धर्म के बगैर जा नहीं सकता। सतगुरु महाराज पातशाह जी ने कहा कि एक बार एक चीज़ तू मंग ला, कुछ भी मंग सकता है। हुण उत्थे मन दे विच शंका सी कि मैं मंगा कि। सिखां ने क्या कहन लगे, गुरु तां दीन ते दुनी दोनों सवार दिंदे आ। एक माई आई सी गुरु गोबिंद सिंह महाराज जी के समय ते, बजुर्ग माता सतगुरु महाराज धन गुरु गोबिंद सिंह जी के चरणों च सीस रखिया, मत्था टेकिया। सतगुरु महाराज पातशाह जी ने कहते सतगुरु महाराज अरदास करनी तुहाडे चरणों च, कुछ चाहिदा है। सतगुरु महाराज कहते दस माई की चाहिदा है। कह लगी सतगुरु महाराज मैं चाहुंदी हाँ कि वेड़े दे विच ना मेरी नूंह दुध रिड़कदी होवे, हत्थ दे विच सोने दी वंगां छनकदियां होण ते लागे बैठा मेरा पोतरा दही खांदा होवे। गुरु गोबिंद सिंह महाराज हस पे, महाराज कपड़े वेखे, गरीब जी विचारी की हालत सी। सतगुरु महाराज कहते माई छड्डिया की पिछे मंगण वाला तो। सिख पुछदे सतगुरु महाराज जी ने मंगिया तो थोड़ा जिहा ही, कहते नहीं अजे तक इहदे घर दे विच इहदा मुंडा नहीं विआहिया, घर दे विच धन दौलत कोई नहीं हैगी। इन्हें मंगिया कि सतगुरु महाराज मैनूं नूंह भी मिल जे, हत्थ विच उहने सोना पाया होए, कहंदा मतलब अमीर भी मैं हो जा, दुध रिड़कदी होवे, इहदा मतलब घर च माल डंगर भी होना चाहिए है, तो लागे पोतरा बैठ के खांदा होवे कि अगली पीढ़ी पोतरा भी मिल जे। सतगुरु महाराज पातशाह खुश हो के कहंदे माई जा तैनूं दिता। गुरु घर दे विच जदों कोई आके अरदास करदा है ना, जे तां असीं कल्ले दुनिया के सुख मंगदे आ ते दुनिया के सुख सानूं मिल जांदे आ, कसर कोई नहीं रहिंदी। पर सतगुरु महाराज पातशाह कहते आ देखो जे तो बंदा गरीब होवे तो वह कहे मैं जी नाम तां नहीं जप सकिया, मेरे तो पैसा कोई नहीं सी, मैं सवेरे उठदा सी, दिहाड़ी करन जांदा सी, पैसा कमाउणा सा तां रोटी खांदा सी, नहीं नाम जपिया बहाना चल जाना है। जे किसी नूं घर नहीं मिलिया तो वह कह सकता है कि महाराज मैं तो सारी उम्र घर बनाउण दे विच ही ला दित्ती, मैं किद्दां नाम जप लैंदा। जे कोई कहे कि मैनूं महाराज धन नहीं मिलिया, सुख के साधन नहीं मिले, मैं तो रोटी पिछे दौड़दा रहा सी। हुण वो मन दे विच विचार जरूर करियो कि जिन्हां नूं महाराज ने रोटियां भी बहुत देतियां, पैसा भी बहुत दे दिता, घर भी दे दिता, ते काम की भी कमी नहीं, जे वो नाम नहीं जपदे तो इहदा मतलब कि फिर जे कल नूं समा ये बन जे कि महाराज कहन कि बिन सतगुर सेवे बहुता दुख लागा, जुग चारे भरमाई, तो फिर गुरु नूं तो दोष नहीं असी दे सकते। फिर तो नहीं असी कहांगे महाराज असी तो घर बनाउणा सी, अजे महाराज असी तो अजे पैसे कमाने सी, रोटी जोगे नहीं सी होए, असी नाम किहड़े वेले जपदे। हालांकि ये भी चलो बहाना ही हुंदा है, नाम जपण वास्ते काम छड्डण दी लोड़ तां नहीं पैंदी। सतगुरु महाराज कहंदे ने काम करदिआं जप लैना, पर जिन्हां नूं सब कुछ दे दिता है सतगुरु महाराज पातशाह कहते कदी शुकराने के तौर पर भी तू क्या कि महाराज बड़ा कुछ दिता है।
ਕੱਲਾ ਆਪਣੀਆਂ ਹੀ ਮੁੱਛਾਂ ਤਾਂ ਨੂੰ ਕਰਕੇ ਕਹਿਣਾ ਕਿ ਨਹੀਂ ਮੈਂ ਦੇਖੋ ਇੰਨਾ ਕੁਝ ਬਣਾਤਾ, ਇਹ ਨਹੀਂ ਕਹਿੰਦਾ ਕਿ ਸਤਿਗੁਰੂ ਤੂੰ ਕਿਰਪਾ ਕੀਤੀ ਤਾਂ ਬਣਿਆ। ਬੰਦਾ ਆਪਣੇ ਹੰਕਾਰ ਦੇ ਵਿੱਚ ਇੱਕ ਸੱਜਣ ਤੁਰਿਆ ਜਾਂਦਾ ਹੈ ਜੀ, ਬਿਲਕੁਲ ਉਹਨੇ ਨਵੀਂ ਨਕੋਰ ਜੁੱਤੀ ਪਾਈ, ਬਿਲਕੁਲ ਐ ਆਵਾਜ਼ ਕਰਦੀ ਜੁੱਤੀ, ਤੇ ਤੁਰਦਾ ਹੈ ਜਦੋਂ ਤੇ ਜ਼ਮੀਨ ਥਾਂ ਨੂੰ ਦੱਬਦੀ ਪਈ ਆ, ਇੰਨਾ ਆਪਣੇ ਆਪ 'ਚੋਂ ਭਾਰ ਮਹਿਸੂਸ ਕਰਦਾ ਆਪਣਾ। ਔਰ ਜਦੋਂ ਤੁਰਦਾ ਤੇ ਐ ਛਾਤੀ ਆਕੜ ਕੇ, ਜਿਵੇਂ ਉਹ ਛੋਟੇ ਹੁੰਦਿਆਂ ਕਵਿਤਾ ਪੜ੍ਹਦੇ ਹੁੰਦੇ ਸੀ, ਪਾਟੇ ਖਾਂਸੀ ਤੁਰਿਆ ਜਾਂਦਾ, ਗਰਦਨ ਨੂੰ ਅਕੜਾ ਕੇ, ਨਾਡੂ ਖਾਂਸੀ ਤੁਰਿਆ ਜਾਂਦਾ, ਛਾਤੀ ਨੂੰ ਫੁਲਾ ਕੇ, ਉਹ ਬਸ ਉੱਦਾਂ ਹੀ ਪਾਟੇ ਖਾਂ ਤੇ ਨਾਡੂ ਖਾਂ ਬਣ ਜਾਂਦਾ ਬੰਦਾ ਜੀ। ਕਹਿੰਦੇ ਤੁਰਦਾ ਸੀ, ਧਰਤੀ ਭਾਰ ਨਹੀਂ ਸੀ ਚੱਲਦੀ ਪਈ, ਬਿਲਕੁਲ ਐ ਆਕੜ ਕੇ ਉੱਚਾ ਹੋ ਕੇ, ਤੇ ਥੱਲੇ ਨੂੰ ਤੇ ਦੇਖਦਾ ਹੀ ਨਹੀਂ ਪਿਆ, ਇਹ ਦੇਖਦਾ ਸੀ ਕਿ ਮੈਨੂੰ ਕੌਣ ਕੌਣ ਬੁਲਾਉਂਦਾ ਪਿਆ ਹੈ। ਲੰਘਦਾ ਸੀ ਤੇ ਲੋਕ ਦੁਆ ਸਲਾਮ ਕਰਦੇ ਸੀ, ਹਾਲ ਪੁੱਛਦੇ ਸੀ, ਸਰਦਾਰ ਜੀ ਕਰਕੇ ਅੱਗੇ ਝੁਕਦੇ ਸੀ, ਹੋਰ ਉੱਚਾ ਹੁੰਦਾ ਜਾਂਦਾ ਸੀ। ਜਿਉਂ-ਜਿਉਂ ਕੋਈ ਝੁਕੇ ਉਹ ਸਗੋਂ ਉੱਚਾ ਹੁੰਦਾ ਜਾਵੇ। ਕਹਿੰਦੇ ਤੁਰੇ ਤੁਰੇ ਜਾਂਦੇ ਨਾ ਇੱਕਦਮ ਪੈਰ ਦੇ ਵਿੱਚ ਕੁਝ ਖੁੱਭਿਆ, ਜੁੱਤੀ ਨੂੰ ਵੀ ਪਾੜ ਦਿੱਤਾ ਤੇ ਪੈਰ ਦੇ ਵਿੱਚੋਂ ਦੀ ਕੁਝ ਲੰਘ ਗਿਆ। ਹੁਣ ਪੀੜ ਇੰਨੀ ਸੀ ਕਿ ਇੱਕਦਮ ਝੁਕ ਗਿਆ ਥੱਲੇ, ਜਿਹੜਾ ਆਕੜਿਆ ਸੀ ਬਿਲਕੁਲ ਥੱਲੇ ਹੋ ਗਿਆ। ਖਿੱਚ ਕੇ ਦੇਖਿਆ, ਪੈਰ ਨੂੰ ਦੇਖਿਆ ਤੇ ਪੈਰ ਦੇ ਵਿੱਚ ਇੱਕ ਹੱਡੀ ਚੁਭੀ ਸੀ ਤੇ ਉਹ ਹੱਡੀ ਇਨਸਾਨੀ ਸੀ। ਜਦੋਂ ਹੱਡੀ ਨੂੰ ਬਾਹਰ ਕੱਢਿਆ ਤੇ ਕਵੀ ਨੇ ਉੱਥੇ ਕਵਿਤਾ ਲਿਖ ਕੇ ਕਹਿੰਦਾ ਦੇਖੋ ਬੰਦਾ ਜਦੋਂ ਆਕੜ ਕੇ ਤੁਰਦਾ ਸੀ ਤੇ ਹੱਡੀ ਨੇ ਕਿਹਾ, ਕਹਿੰਦੇ ਹੈ ਇਹ ਇਨਸਾਨ, ਤੂੰ ਧਿਆਨ ਨਾਲ ਚੱਲ, ਕਿਤੇ ਮੈਂ ਵੀ ਇਨਸਾਨ ਸੀ ਤੇ ਕਿਤੇ ਮੈਂ ਵੀ ਇਵੇਂ ਚੱਲਿਆ ਕਰਦੀ ਸੀ ਜਿਵੇਂ ਤੂੰ ਆਕੜ ਕੇ ਚੱਲਦਾ, ਪਰ ਅੱਜ ਦੇਖ ਅੱਜ ਮੇਰੀਆਂ ਹੱਡੀਆਂ ਵੀ ਰੁਲਦੀਆਂ ਫਿਰਦੀਆਂ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ, ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ, ਖੋਪੜੀ ਪਈ ਦੇਖੀ ਇਨਸਾਨ ਦੀ, ਔਰ ਕਹਿੰਦੇ ਉਹ ਖੋਪੜੀ ਸੀ ਕਿਸੇ ਔਰਤ ਦੀ ਖੋਪੜੀ, ਤੇ ਹੈ ਉਹ ਔਰਤ ਬੜੀ ਸੋਹਣੀ ਸੀ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਦੇਖਿਆ, ਕਹਿੰਦੇ ਉਹਨੇ ਸੁਰਮਾ ਪਾਉਣਾ, ਇੱਕ ਦਿਨ ਰੜਕ ਪਈ ਸੁਰਮੇ ਦੀ, ਚੰਗੀ ਤਰ੍ਹਾਂ ਰਗੜਿਆ ਨਹੀਂ ਗਿਆ, ਅੱਖਾਂ ਦੇ ਵਿੱਚ ਪਾ ਲਿਆ ਤੇ ਪਾਣੀ ਵਗਣ ਲੱਗ ਪਿਆ। ਜਿਹਨੇ ਸੁਰਮਾ ਰਗੜਿਆ ਸੀ ਉਹਨੂੰ ਸ਼ਮਕਾਂ ਦੇ ਨਾਲ ਘੜ ਕੇ ਰੱਖ ਦਿੱਤਾ, ਕਹਿਣ ਲੱਗੀ ਤੈਨੂੰ ਪਤਾ ਨਹੀਂ ਸੁਰਮਾ ਕਿਵੇਂ ਰਗੜੀਦਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਸੇ ਲੋਇਨ ਮੈਂ ਡਿੱਠ ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹੇਠ, ਜਿਹੜੇ ਕੱਜਲ ਦੀ ਸੁਰਮੇ ਦੀ ਧਾਰ ਨਹੀਂ ਸੀ ਚੱਲ ਸਕਦੇ, ਅੱਜ ਉਹਨਾਂ ਦੇ ਵਿੱਚੋਂ ਪੰਛੀ ਆਲ੍ਹਣੇ ਪਾ ਕੇ ਬੈਠੇ ਨੇ, ਪੰਛੀ ਚੁੰਝਾਂ ਬਾਹਰ ਕੱਢ ਕੇ ਤੇ ਦਾਣਾ ਲੱਭਦੇ ਫਿਰਦੇ ਨੇ। ਇੱਕ ਗੋਲੀ ਰੋਜ਼ ਉਹਨੇ ਸੇਵਾ ਕਰਨੀ ਜੀ, ਰਾਜੇ ਦੀ ਸੇਵਾ 'ਚ ਜੁੜਨਾ, ਰੋਜ਼ ਫੁੱਲਾਂ ਸੇਜ ਦੇ ਉੱਤੇ ਫੁੱਲ ਵਿਛਾਉਣੇ। ਰਾਜਾ ਬਾਹਰ ਗਿਆ ਸੀ, ਕਹਿੰਦੀ ਚੱਲ ਅੱਜ ਮੈਂ ਵੀ ਪੈ ਕੇ ਦੇਖਾਂ ਸੇਜ ਦਾ ਆਨੰਦ ਕੀ ਹੁੰਦਾ, ਰਾਜਿਆਂ ਦੇ ਸੇਜ ਦਾ। ਉਹ ਰੋਜ਼ ਸੌਂਦਾ ਹੈ ਨਾ, ਮਾੜਾ ਜਿਹੇ ਲੰਮੇ ਪਈ ਤੇ ਥੱਕੀ ਸੀ, ਨੀਂਦ ਆ ਗਈ ਉਸੇ ਵੇਲੇ। ਤੇ ਜਦੋਂ ਰਾਜਾ ਆਇਆ ਉਹਨੇ ਦੇਖਿਆ ਗੋਲੀ ਮੇਰੇ ਆਸਣ ਦੇ ਉੱਤੇ ਫੁੱਲਾਂ ਦੀ ਸੇਜ ਦੇ ਉੱਤੇ ਸੁੱਤੀ, ਉਹਨੇ ਸ਼ਮਕ ਫੜ ਲਈ, ਉਹਨੇ ਬੜਾ ਮਾਰਿਆ ਉਹਨੂੰ, ਪਹਿਲੋਂ ਤੇ ਰੋਈ, ਮੁੜ ਕੇ ਹੱਸਣ ਲੱਗ ਪਈ। ਰਾਜਾ ਰੁਕ ਗਿਆ ਮਾਰਦਿਆਂ ਮਾਰਦਿਆਂ, ਕਹਿੰਦਾ ਤੂੰ ਇਹ ਦੱਸ, ਰੋਂਦੀ ਦਾ ਤੇ ਮੈਨੂੰ ਪਤਾ ਕਿ ਤੈਨੂੰ ਮਾਰ ਪਈ, ਤੂੰ ਤਾਂ ਰੋਂਦੀ ਪਈ ਹੈ, ਤੂੰ ਇਹ ਦੱਸ ਹੱਸਦੀ ਕਿਉਂ ਪਈ ਹੈ। ਉਹ ਕਹਿੰਦੀ ਨਹੀਂ ਬਾਦਸ਼ਾਹ ਸਲਾਮ ਛੱਡੋ, ਤੁਸੀਂ ਮਾਰ ਲਿਆ, ਮੇਰੀ ਗਲਤੀ, ਚਲੋ ਮੈਂ ਮੰਨਦੀ ਹਾਂ। ਕਹਿੰਦਾ ਨਹੀਂ ਤੂੰ ਦੱਸ ਗੱਲ ਕੀ ਸੀ, ਹੱਸੀ ਕਿਉਂ ਆ। ਕਹਿੰਦੀ ਮੈਂ ਇਸ ਕਰਕੇ ਹੱਸਦੀ ਪਈ ਸੀ ਕਿ ਮੈਂ ਤਾਂ ਇੱਕ ਦਿਨ ਫੁੱਲਾਂ ਦੀ ਸੇਜ 'ਤੇ ਸੁੱਤੀ, ਮੇਰਾ ਆਹ ਹਾਲ ਹੋ ਗਿਆ, ਜਿਹੜਾ ਰੋਜ਼ ਸੌਂਦਾ ਹੁੰਦਾ ਹਾਲ ਕੀ ਹੋਏਗਾ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਉਹਦਾ ਹਾਲ ਕੀ ਹੋਣਾ ਹੈ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ। ਸਭ ਤੋਂ ਵੱਡਾ ਦੁੱਖ ਲੱਗ ਜਾਂਦਾ ਹੈ ਜ਼ਿੰਦਗੀ ਦਾ, ਦੁੱਖ ਲੱਗ ਜਾਂਦਾ ਹੈ ਬਾਰ-ਬਾਰ ਜੰਮਣ ਤੇ ਮਰਨ ਦਾ, ਦੁੱਖ ਲੱਗ ਜਾਂਦਾ ਹੈ ਵਿਛੜ ਕੇ ਪਰਮਾਤਮਾ ਤੋਂ ਜੂਨਾਂ ਵਿੱਚ ਭਟਕਣ ਦਾ। ਤੇ ਸਤਿਗੁਰ ਮਹਾਰਾਜ ਕਹਿੰਦੇ ਇਹ ਦੁੱਖ ਇੱਕ ਦਿਨ ਦਾ ਨਹੀਂ, ਇਹ ਦੁੱਖ ਜੁਗਾਂ ਦਾ ਹੁੰਦਾ ਏ, ਇਹ ਤੇ ਮੁੱਕਣ ਤੇ ਹੀ ਨਹੀਂ ਫਿਰ ਆਉਂਦਾ। ਬੰਦਾ ਕਹਿੰਦਾ ਕਿ ਮੁੱਕ ਜੇ ਮੇਰਾ ਖਹਿੜਾ ਛੁੱਟ ਜਾਏ, ਕਹਿੰਦੇ ਬਸ ਇਹ ਖਹਿੜਾ ਹੀ ਨਹੀਂ ਛੁੱਟਦਾ ਇਸ ਦੁੱਖ ਤੋਂ। ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ। ਬਸ ਦੁੱਖ ਤੋਂ ਬਚਣ ਦਾ, ਇਸ ਮੁਸੀਬਤ 'ਚੋਂ ਨਿਕਲਣ ਦਾ ਇੱਕ ਹੀ ਤਰੀਕਾ ਹੈ ਕਿ ਹੇ ਪਰਮਾਤਮਾ ਅਸੀਂ ਦੀਨ ਹਾਂ, ਅਸੀਂ ਗਰੀਬ ਹਾਂ, ਅਸੀਂ ਨਾ ਸਮਝਿਆ, ਤੂੰ ਜੁਗਾਂ ਤੋਂ ਹੀ ਦਾਤਾ ਹੈ, ਤੂੰ ਜੁਗਾਂ ਤੋਂ ਹੀ ਬਖਸ਼ਣਹਾਰ ਹੈ। ਸਤਿਗੁਰ ਮਹਾਰਾਜ ਕਿਰਪਾ ਕਰੋ, ਸ਼ਬਦ ਦੇ ਰਾਹੀਂ ਸਾਨੂੰ ਇਹ ਜਨਾ ਦਿਓ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਹੇ ਮੇਰੇ ਮਾਲਕ, ਹੇ ਮੇਰੇ ਸਤਿਗੁਰੂ, ਤੂੰ ਕਿਰਪਾ ਕਰਦਾ ਹੈ ਤੇ ਸਾਡੇ 'ਤੇ ਵੀ ਕਿਰਪਾ ਕਰ। ਤੂੰ ਇੰਨਿਆਂ 'ਤੇ ਕਿਰਪਾ ਕੀਤੀ ਹੈ,
ਤਾਰੇ ਗਿਨੇ ਜਾਤ ਹੈ, ਤੇਰੇ ਤਾਰੇ ਨਾ ਗਿਨਾਤ ਹੈ। ਤੇਰੇ ਤਾਰਿਆਂ ਹੋਇਆਂ ਨੂੰ ਕੌਣ ਗਿਣ ਸਕਦਾ ਹੈ? ਅਸਮਾਨ ਦੇ ਉੱਤੇ ਤਾਰੇ ਤਾਂ ਗਿਣ ਸਕਦਾ ਹੈ, ਪਰ ਜਿਨ੍ਹਾਂ ਨੂੰ ਤੂੰ ਕਿਰਪਾ ਕਰਕੇ ਤਾਰ ਦਿੱਤਾ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸਤਿਗੁਰੂ ਮਹਾਰਾਜ ਤੁਸੀਂ ਕਿਰਪਾ ਕਰੋ, ਸਤਿਗੁਰ ਦਾਤਾ ਮੇਰ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਹੇ ਮਾਲਕ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਦਾਤੇ ਸਤਿਗੁਰ ਦੇ ਨਾਲ ਸਾਡਾ ਮਿਲਾਪ ਕਰ ਦਿਓ, ਤਾਂ ਕਿ ਸਾਡੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਆਸਰਾ ਜਿਹੜਾ ਹੈ ਉਹ ਨਾਮ ਬਣ ਜਾਵੇ। ਰਹਾਓ ਵਿਸ਼ਰਾਮ ਸਤਿਗੁਰ ਮਹਾਰਾਜ ਦਿੰਦੇ ਨੇ, ਮਨਸਾ ਮਾਰ ਦੁਬਿਧਾ ਸਹਿਜ ਸਮਾਨੀ, ਪਾਇਆ ਨਾਮ ਅਪਾਰਾ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਹੁਣ ਮਨਸਾ ਦੇ ਅਰਥ ਹੁੰਦੇ ਨੇ ਵਾਸ਼ਨਾਵਾਂ, ਮਨ ਦੀਆਂ ਇੱਛਾਵਾਂ। ਹੁਣ ਮਨ ਦੇ ਵਿੱਚੋਂ ਇੱਛਾਵਾਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ। ਦੁਬਿਧਾ ਜਿਹੜੀ ਸੀ, ਦੁਚਿੱਤਾਪਨ ਸੀ ਕਿ ਮੈਂ ਆਹ ਕੰਮ ਕਰਾਂ ਕਿ ਨਾ ਕਰਾਂ, ਦੋਗਲਾਪਨ ਮਨ ਦੇ ਵਿੱਚ ਚੱਲਦਾ ਸੀ, ਦੁਚਿੱਤਾਪਨ ਚੱਲਦਾ ਸੀ। ਹੁਣ ਉਹ ਖਤਮ ਹੋ ਗਿਆ, ਹੁਣ ਮਨ ਇੱਕ ਹੋ ਗਿਆ। ਬੀਜ ਉਹ ਕਦੀ ਵੀ ਨਹੀਂ ਉੱਗਦਾ ਜਿਹਨੂੰ ਦੁਫਾੜ ਕਰ ਦੋਗੇ। ਛੋਲਿਆਂ ਦੀ ਦਾਲ ਕਦੀ ਨਹੀਂ ਉੱਗਦੀ, ਛੋਲੇ ਉੱਗ ਸਕਦੇ ਨੇ। ਕਣਕ ਦਾ ਦਲੀਆ ਕਦੀ ਨਹੀਂ ਉੱਗੇਗਾ, ਕਣਕ ਉੱਗ ਸਕਦੀ ਹੈ। ਜੇ ਮਨ ਜਿੰਨੀ ਤੱਕ ਦੁਫਾੜ ਰਹੇਗਾ ਉਨੀ ਦੇਰ ਤੱਕ ਹਿਰਦੇ 'ਚ ਨਾ ਤਾਂ ਰੱਬ ਵਸਣਾ ਹੈ ਤੇ ਨਾ ਨਾਮ ਵਸਣਾ ਹੈ। ਸਤਿਗੁਰ ਮਹਾਰਾਜ ਕਹਿੰਦੇ ਨੇ ਮਨਸਾ ਮਾਰ ਦੁਬਿਧਾ ਸਹਿਜ ਸਮਾਨੀ, ਪਾਇਆ ਨਾਮ ਅਪਾਰਾ। ਉਸ ਅਪਾਰ ਪਰਮਾਤਮਾ ਦਾ ਜਿਸ ਦਾ ਅੰਤ ਨਹੀਂ, ਦੂਜਾ ਬੰਨਾ ਕੋਈ ਨਹੀਂ ਦਿਸ ਸਕਦਾ, ਉਹਦਾ ਨਾਮ ਪ੍ਰਾਪਤ ਹੋਇਆ। ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਬਿਖ ਕਟਨਹਾਰਾ। ਕਿਲ ਬਿਖ ਦੇ ਆਖਰੀ ਅਰਥ ਹੁੰਦੇ ਨੇ ਕਿ ਪਾਪਾਂ ਦਾ ਇਕੱਠ, ਪਾਪਾਂ ਦੀਆਂ ਪੰਡਾਂ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਉਹ ਤੁਹਾਡਾ ਨਾਮ ਜਪਿਆ ਤੇ ਅੰਦਰ ਜਿਹੜਾ ਸੀ ਮਨ ਨਿਰਮਲ ਹੋ ਗਿਆ। ਅੰਦਰ ਮੈਲ ਲੱਗੀ ਸੀ, ਉਹ ਮੈਲ ਲੱਥ ਗਈ। ਤੇ ਹੇ ਮਾਲਕ ਤੁਸੀਂ ਕਿਰਪਾ ਕਰਕੇ ਇਹ ਪਾਪਾਂ ਦੀ ਮੈਲ ਨੂੰ ਤੁਸੀਂ ਧੋ ਕੇ ਰੱਖ ਦਿੱਤਾ ਹੈ। ਸ਼ਬਦ ਮਰਹੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਇੱਕ ਮੌਤ ਸਰੀਰ ਨੂੰ ਆਉਂਦੀ ਹੈ, ਤੇ ਜੇ ਸਰੀਰ ਵਾਲੀ ਮੌਤ ਬਾਰ-ਬਾਰ ਆਉਂਦੀ ਰਹਿੰਦੀ ਜੇ ਨਾਮ ਨਾ ਜਪਿਆ ਜਾਵੇ। ਪਰ ਇੱਕ ਮੌਤ ਹੁੰਦੀ ਹੈ ਜਿਸ ਦਿਨ ਅੰਦਰੋਂ ਹੰਕਾਰ ਮਰਦਾ ਹੈ, ਜਿਸ ਦਿਨ ਅੰਦਰੋਂ ਮੈਂ ਮਰ ਜਾਂਦੀ ਹੈ, ਜਿਸ ਦਿਨ ਅੰਦਰੋਂ ਆਪਾ ਭਾਵ ਮਰਦਾ ਹੈ। ਸਤਿਗੁਰ ਮਹਾਰਾਜ ਕਹਿੰਦੇ ਉਹ ਮੌਤ ਜਿਸ ਦਿਨ ਆ ਜੇ ਨਾ, ਉਸ ਤੋਂ ਬਾਅਦ ਵਿੱਚ ਸਰੀਰ ਇੱਕੋ ਵਾਰੀ ਮਰਦਾ। ਸਦਾ ਵਾਸਤੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਫਿਰ ਜੋਤ ਦੇ ਵਿੱਚ ਜੋਤ ਰਲ ਜਾਂਦੀ ਆ। ਫਿਰ ਐਵੇਂ ਹੋ ਜਾਂਦਾ ਜਿਉਂ ਜਲ ਮੈਂ ਜਲ ਆਏ ਖਟਾਨਾ, ਪਾਣੀ ਦੇ ਵਿੱਚ ਪਾਣੀ ਮਿਲ ਜੇ ਕੌਣ ਉਹਨੂੰ ਕੱਢਣ ਵਾਲਾ ਹੈ। ਸਤਿਗੁਰ ਮਹਾਰਾਜ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ। ਸ਼ਬਦ ਦੇ ਵਿੱਚ ਮਰਨ ਵਾਲਾ, ਸ਼ਬਦ ਦੇ ਵਿੱਚੋਂ ਹੰਕਾਰ ਨੂੰ ਮਾਰ ਦੇਣ ਵਾਲਾ ਸਤਿਗੁਰ ਮਹਾਰਾਜ ਕਹਿੰਦੇ ਉਹ ਸਦਾ ਜਿਉਂਦਾ ਰਹਿੰਦਾ ਹੈ। ਤਾਂ ਫਿਰ ਮਰਨਾ ਹੋਈ, ਫਿਰ ਉਹ ਕਦੀ ਨਹੀਂ ਜੀ ਮਰਦੇ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੇ ਮਨ ਮਾਹੇ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦੇ ਪਾਵੇ ਕੋਈ। ਹੁਣ ਸਰੀਰ ਕਰਕੇ ਤੇ ਅਸੀਂ ਕਵਾਂਗੇ ਕਿ ਬਾਬਾ ਪ੍ਰੇਮ ਸਿੰਘ ਜੀ ਚਲੇ ਗਏ, ਪਰ ਜੇ ਅਸੀਂ ਕਹੀਏ ਕਿ ਸਰੀਰ ਕਰਕੇ ਜਾ ਸਕਦੇ ਆ, ਪਰ ਉਹ ਸਦਾ ਸਾਡੇ ਨਾਲ ਰਹਿੰਦੇ ਨੇ, ਹਰ ਵੇਲੇ ਅੰਗ ਸੰਗ ਸਹਾਈ ਹੁੰਦੇ ਨੇ। ਇਸ ਕਰਕੇ ਜਿਹੜਾ ਨਾਮ ਦੇ ਵਿੱਚ ਓਤ ਪੋਤ ਹੁੰਦਾ ਹੈ ਉਹ ਸਦਾ ਵਾਸਤੇ ਜਿਉਂਦਾ ਹੈ। ਅੰਮ੍ਰਿਤ ਨਾਮ ਸਦਾ ਮਨ ਮਿੱਠਾ, ਸ਼ਬਦੇ ਪਾਵੇ ਕੋਈ। ਅੰਮ੍ਰਿਤ ਹੈ ਤਾਂ ਮਿੱਠਾ, ਪਰ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਾਪਤ ਹੁੰਦਾ ਹੈ, ਉਹਨੂੰ ਹੀ ਮਿੱਠਾ ਲੱਗਦਾ ਹੈ ਜਿੰਦੇ ਤੇ ਗੁਰੂ ਕਿਰਪਾ ਕਰਦਾ ਹੈ। ਦਾਤੇ ਦਾਤ ਰੱਖੀ ਹੱਥ ਆਪਣਾ, ਜਿਸ ਭਾਵੇ ਤਿਸ ਦੇ। ਹੁਣ ਦਾਤਾਂ ਦੇਣ ਵਾਲਾ ਜਿਹੜਾ ਮਾਲਕ ਉਹ ਆਪ ਹੈ। ਉਹਨੇ ਕਿਸੇ ਨੂੰ ਅਧਿਕਾਰ ਨਹੀਂ ਦਿੱਤਾ ਕਿ ਤੂੰ ਵੰਡ ਦੀ। ਉਹਨੇ ਆਪਣੇ ਹੱਥ ਦੇ ਵਿੱਚ ਇਹ ਦਾਤਾਂ ਰੱਖੀਆਂ ਨੇ, ਤੇ ਜਿਹੜਾ ਉਹਨੂੰ ਚੰਗਾ ਲੱਗ ਜਾਂਦਾ ਹੈ ਉਹ ਉਹਦੀ ਝੋਲੀ 'ਚ ਦਾਤਾਂ ਪਾ ਦਿੰਦਾ ਹੈ। ਮੰਗਦੇ ਸਾਰੇ ਹੀ ਆ, ਪਰ ਦਿੰਦਾ ਉਹਨੂੰ ਆ ਜਿਹੜਾ ਚੰਗਾ ਲੱਗ ਜਾਵੇ। ਤੇ ਜਿਹੜਾ ਚੰਗਾ ਕੌਣ ਲੱਗਦਾ ਹੈ? ਪਿਤਾ ਦੀ ਦੌਲਤ ਦਾ ਹੱਕਦਾਰ ਉਹੀ ਪੁੱਤਰ ਹੁੰਦਾ ਜਿਹੜਾ ਬਾਪ ਦੇ ਕਹਿਣੇ ਦੇ ਵਿੱਚ ਹੋਵੇ, ਜਿਹੜਾ ਆਪਣੀ ਮਰਜ਼ੀ ਕਰਦਾ ਹੋਵੇ, ਘਰ ਨੂੰ ਉਜਾੜਨ ਵਾਲਾ ਹੋਵੇ। ਉਹਨੂੰ ਕੁਝ ਨਹੀਂ ਪਿਤਾ ਦਿੰਦਾ, ਉਹਨੂੰ ਸਗੋਂ ਬੇਦਖਲ ਕਹੇਗਾ, ਇਹਨੂੰ ਬੇਦਖਲ ਕਰ ਦਿੱਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੇ ਸੇ। ਜਿਨ੍ਹਾਂ ਨੇ ਆਪਣੇ ਮਨ ਨੂੰ ਨਾਮ ਦੇ ਵਿੱਚ ਰੰਗ ਲਿਆ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਦਰਗਾਹ ਦੇ ਵਿੱਚ ਗਏ। ਤੇ ਸਤਿਗੁਰੂ ਕਹਿੰਦੇ ਨੇ ਦਰਗਾਹ ਦੇ ਵਿੱਚ ਜਾ ਕੇ
ਉੱਥੇ ਉਹ ਪ੍ਰਸਿੱਧ ਹੋ ਗਏ, ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਗਏ। ਪਰਮਾਤਮਾ ਨੇ ਉਹਨਾਂ ਨੂੰ ਆਪਣੀ ਹਜ਼ੂਰੀ ਵਿੱਚ ਰੱਖ ਲਿਆ, ਜੀਵਨ ਸਫਲਾ ਹੋ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਜਪਣ ਨਾਲ ਜੀਵਨ ਸਫਲ ਹੋ ਜਾਂਦਾ ਹੈ, ਤੇ ਜੇ ਨਹੀਂ ਜਪੇਗਾ ਤੇ ਦੁੱਖ ਬਹੁਤਾ ਦੁੱਖ ਲਾਗਾ। ਜੁਗ ਚਾਰੇ ਭਰਮਾਈ, ਚਾਰ ਯੁੱਗਾਂ ਦਾ ਭ੍ਰਮਣ ਤੇ ਵੱਡਾ ਦੁੱਖ ਜਨਮ ਮਰਨ ਦਾ ਲੱਗਿਆ ਰਹੇਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ, ਨਾਮ ਜਪੀਏ ਜੀਵਨ ਸਫਲਾ ਹੋ ਜਾਏ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।